ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਪਿਆਰੇ ਜਿਹੇ YouTube ਚੈਨਲ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਰਾਜਾ ਰਸਾਲੂ। ਪ੍ਰਸ਼ਨ ਪਹਿਲਾ, ਰਾਜਾ ਰਸਾਲੂ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ, ਰਸਾਲੂ ਦਾ ਜਨਮ ਤੇ ਦੇਸ਼ ਨਿਕਾਲਾ। ਰਾਜੇ ਰਸਾਲੂ ਦੇ ਤੋਂ ਉਸ ਤੋਂ 1850 ਸਾਲ ਪਿੱਛੋਂ ਵੀ ਪਿੰਡ ਮੁਜ਼ੱਫਰਗੜ੍ਹ, ਫਿਰੋਜ਼ਪੁਰ ਤੇ ਗੋਜਰੇ ਵਿੱਚ ਦੇਖ ਸਕਦੇ ਹਾਂ। ਰਸਾਲੂ ਰਾਜੇ ਸਲਵਾਹਨ ਦੇ ਘਰ ਲੂਣਾ ਦੀ ਕੁੱਖੋਂ ਪੈਦਾ ਹੋਇਆ ਤੇ ਜੋਤਸ਼ੀਆਂ ਦੇ ਕਹਿਣ ਅਨੁਸਾਰ ਉਸ ਨੂੰ 12 ਸਾਲ ਭੋਰੇ ਵਿੱਚ ਰੱਖਿਆ ਗਿਆ, ਜਿੱਥੇ ਉਹ ਤੀਰਅੰਦਾਜ਼ੀ ਤੇ ਤਲਵਾਰ ਜਣੀ ਦਾ ਉਸਤਾਦ ਬਣਿਆ। ਭੋਰੇ ਤੋਂ ਬਾਹਰ ਆ ਕੇ ਰਸਾਲੂ ਖੂਹਾਂ ਤੋਂ ਪਾਣੀ ਭਰਨ ਆਈਆਂ ਤੀਵੀਆਂ ਤੇ ਘੜੇ ਤੀਰ ਮਾਰ ਕੇ ਤੋੜਨ ਲੱਗਾ। ਇਸ ਸੰਬੰਧੀ ਖਬਰ ਪਾ ਕੇ ਰਾਜੇ ਨੇ ਸਰਕਾਰੀ ਖਰਚ ਉੱਤੇ ਲੋਕਾਂ ਨੂੰ ਗਾਗਰਾਂ ਬਣਵਾ ਦਿੱਤੀਆਂ, ਪਰ ਰਸਾਲੂ ਫਿਰ ਵੀ ਤੀਰ ਮਾਰਦਾ ਰਿਹਾ। ਇਹ ਦੇਖ ਕੇ ਰਾਜੇ ਨੇ ਘਰਾਂ ਵਿੱਚ ਖੂਹ ਲਵਾ ਦਿੱਤੇ, ਪਰ ਰਸਾਲੂ ਉੱਚੇ ਮੁਨਾਰੇ ਉੱਤੇ ਚੜ੍ਹ ਕੇ ਘੜੇ ਤੋੜਨ ਲੱਗਾ। ਤੰਗ ਆ ਕੇ ਰਾਜੇ ਨੇ ਉਸ ਨੂੰ 1 ਵਰ੍ਹੇ ਲਈ ਦੇਸ਼ ਨਿਕਾਲਾ ਦੇ ਦਿੱਤਾ। ਸਿਆਲਕੋਟ ਵਾਪਸੀ। ਰਸਾਲੂ ਆਪਣੇ ਨਾਲ ਸਿਆਲਕੋਟ ਦੇ ਤਗੜੇ ਸੂਰਮੇ ਤੇ ਬਹਾਦਰ ਯੋਧੇ ਲੈ ਕੇ ਆਪਣੀ ਫੌਲਾਦੀ ਘੋੜੀ ਉੱਤੇ ਚੜ੍ਹ ਕੇ ਰਾਹ ਵਿੱਚ ਆਪਣੀ ਬਹਾਦਰੀ ਦੇ ਕਰਤੱਵ ਦਿਖਾਉਂਦਾ ਸੋਹਣੀ ਦੇ ਪਿੰਡ ਗੁਜਰਤ ਪਹੁੰਚਿਆ। ਉੱਥੋਂ ਦੇ ਗੁੱਜਰ ਰਾਜਪੂਤ ਰਾਜੇ ਨੇ, ਜੋ ਸਲਵਾਹਨ ਦਾ ਦੋਸਤ ਸੀ, ਉਸ ਦੀ ਬਹੁਤ ਆਉਤ ਭਗਤ ਕੀਤੀ। ਰਸਾਲੂ ਨੇ ਉਸ ਨੂੰ ਦੱਸਿਆ ਕਿ ਉਹ ਜੇਹਲਮ ਦੇ ਰਾਜੇ ਨੂੰ ਸੋਧਣ ਲਈ ਜਾ ਰਿਹਾ ਹੈ। ਗੁੱਜਰ ਰਾਜੇ ਨੇ ਉਸ ਦੀ ਸਹਾਇਤਾ ਕੀਤੀ ਤੇ ਉਸ ਨੇ ਜੇਹਲਮ ਦੇ ਰਾਜੇ ਵਿਰੁੱਧ ਲੜਾਈ ਛੇੜ ਕੇ ਜਿੱਤ ਪ੍ਰਾਪਤ ਕੀਤੀ ਤੇ ਫਿਰ ਉਹ ਜੇਹਲਮ ਵੱਲ ਗੋਰਖਨਾਥ ਦੇ ਟਿੱਲੇ ਵੱਲ ਤੁਰ ਪਿਆ। ਇੱਥੇ ਉਸ ਨੇ ਬੜੀ ਬਹਾਦਰੀ ਨਾਲ ਇੱਕ ਸ਼ੇਰ ਦਾ ਸ਼ਿਕਾਰ ਕੀਤਾ। 1 ਵਰ੍ਹਾ ਬੀਤਣ ਮਗਰੋਂ ਪਿਓ ਦਾ ਸੁਨੇਹਾ ਪ੍ਰਾਪਤ ਕਰਨ ਮਗਰੋਂ ਉਹ ਮੁੜ ਸਿਆਲਕੋਟ ਆ ਗਿਆ। ਵਿਆਹ। ਸਲਵਾਨ ਦੇ ਵਜ਼ੀਰ ਮੋਤੀ ਰਾਮ ਨੇ ਆਪਣੀ ਧੀ ਕੋਕਲਾ ਦੀ ਮੰਗਣੀ ਰਸਾਲੂ ਨਾਲ ਕਰ ਦਿੱਤੀ। ਵਿਆਹ ਮਗਰੋਂ ਨਵੀਂ ਜੋੜੀ ਕੁਝ ਚਿਰ ਇਕੱਠੀ ਰਹੀ। ਰਸਾਲੂ ਨੇ ਸ਼ਹਿਰੋਂ ਬਾਹਰ ਇੱਕ ਮਹਿਲ ਬਣਵਾਇਆ ਤੇ ਉਸ ਵਿੱਚ ਕੋਕਲਾ ਨੂੰ ਤੋਤਿਆਂ ਦੇ ਮੈਣਾਂ ਦੀ ਰਾਖੀ ਵਿੱਚ ਛੱਡ ਕੇ ਬਾਹਰ ਚਲਾ ਗਿਆ। ਬਹਾਦਰੀ ਦੀ ਕਹਾਣੀਆਂ। ਰਸਾਲੂ ਦੇ ਜੀਵਨ ਨਾਲ ਬਹੁਤ ਸਾਰੀਆਂ ਬਹਾਦਰੀ ਤੇ ਦਲੇਰੀ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਨੇ ਕਾਂਗੜੇ ਦੇ ਜੰਗਲਾਂ ਵਿੱਚ ਇੱਕ ਅਮੀਰ ਸ਼ਿਕਾਰੀ ਨੂੰ ਭਾਂਜ ਦਿੱਤੀ। ਉਸ ਨੇ ਮਾਰਗਲਾਂ ਦੇ ਦਿਓਆਂ ਵਰਗੇ ਆਦਮੀਆਂ ਨੂੰ ਅਧੀਨ ਕੀਤਾ, ਜੋ ਕਿਸੇ ਵੀ ਰਾਜੇ ਦੇ ਕਾਬੂ ਨਹੀਂ ਸਨ ਆਉਂਦੇ। ਚੀਰਪੜ ਦੀਆਂ ਪਹਾੜੀਆਂ ਵਿੱਚ ਉਸ ਨੇ ਇੱਕ ਡੈਣ ਮਾਰੀ। ਉੱਥੇ ਪੱਥਰ ਉੱਤੇ ਰਸਾਲੂ ਦੀ ਤਲਵਾਰ ਦੇ ਚੀਰ ਅਤੇ ਘੋੜਿਆਂ ਦੇ ਸੁੰਮਾਂ ਦੇ ਨਿਸ਼ਾਨ ਹਨ। ਰਾਜਗੱਦੀ। ਇੰਨੀ ਦਿਨੀ ਸਲਵਾਹਨ ਦੀ ਮੌਤ ਹੋਣ ਕਰਕੇ ਰਸਾਲੂ ਗੱਦੀ ਉੱਪਰ ਬੈਠਾ। ਰਸਾਲੂ ਪਿਤਾ ਦੀ ਮੌਤ ਵੱਲੋਂ ਨਿਰਮੋਹ ਜਿਹਾ ਰਿਹਾ। ਇੱਛਰਾਂ 10 ਦਿਨਾਂ ਪਿੱਛੋਂ ਮਰ ਗਈ। ਉਸਨੇ ਲੂਣਾ ਦੇ ਕਹੇ ਇੱਛਰਾਂ ਦੀ ਦੇਹ ਸੰਭਾਲੀ ਤੇ ਲੂਣਾ ਆਪਣੇ ਪੁੱਤਰ ਦਾ ਅੰਤ ਦੇਖਣ ਲਈ ਜਿਉਂਦੀ ਰਹੀ। ਲੂਣਾ ਦਾ ਦੁੱਖ। ਰਸਾਲੂ ਹਮੇਸ਼ਾ ਜੰਗਾਂ ਯੁੱਧਾਂ ਵਿੱਚ ਰਹਿੰਦਾ ਸੀ। ਕੋਕਲਾ ਵੱਖਰੀ ਰਹਿੰਦੀ ਸੀ ਤੇ ਇਕੱਲ ਵਿੱਚ ਵਿਧਵਾ ਲੂਣਾ ਨੂੰ ਪਿਛਲੀਆਂ ਸ਼ਰਮ ਭਰੀਆਂ ਗੱਲਾਂ ਚੇਤੇ ਆਉਂਦੀਆਂ ਸਨ। ਹੁਣ ਉਹ ਅਨੁਭਵ ਕਰਦੀ ਹੈ ਕਿ ਉਸਨੇ ਇੱਛਰਾਂ ਨੂੰ ਪੁੱਤਰ ਵਿਛੋੜੇ ਦਾ ਦੁੱਖ ਦੇ ਕੇ ਕਿੰਨਾ ਕੁ ਬੁਰਾ ਕੰਮ ਕੀਤਾ ਸੀ। ਰਾਣੀ ਕੋਕਲਾ ਦੀ ਇਕਲਤਾ ਤੇ ਦੁੱਖ। ਆਪਣੀ ਪਤੀ ਰਾਜੇ ਰਸਾਲੂ ਦੇ ਰਾਜ ਨੂੰ ਵਧਾਉਣ ਲਈ ਜੰਗਾਂ ਯੁੱਧਾਂ ਵਿੱਚ ਰੁੱਝੇ ਰਹਿਣ ਤੇ ਘਰੋਂ ਦੂਰ ਰਹਿਣ ਕਰਕੇ ਰਾਣੀ ਕੋਕਲਾ ਵੀ ਇਕੱਲ ਤੇ ਵਿਛੋੜੇ ਦਾ ਦੁੱਖ ਸਹਿ ਰਹੀ ਸੀ। ਉਹ ਜੰਗਲ ਵਿੱਚ ਜਾਨਵਰਾਂ ਨਾਲ ਦਿਲ ਪਰਚਾਵਾ ਕਰਦੀ ਤੇ ਇਸ ਤਰ੍ਹਾਂ ਦਿਨ ਲੰਘਾਉਂਦੀ। ਇੱਕ ਵਾਰੀ ਉਹ ਜੰਗਲ ਵਿੱਚ ਰਸਾਲੂ ਦੇ ਨਾਲ ਜਾ ਰਹੀ ਸੀ ਤਾਂ ਉਸ ਨੇ ਆਪਣਾ ਹਾਰ ਲਾ ਕੇ ਇੱਕ ਸੋਹਣੇ ਜਿਹੇ ਹੀਰੇ ਹਿਰਨ ਦੇ ਗਲ ਪਾ ਦਿੱਤਾ, ਤਾਂ ਜੋ ਰਾਜੇ ਨੂੰ ਸਮਝ ਆ ਜਾਵੇ ਕਿ ਉਹ ਆਪਣੇ ਦਿਨ ਕਿਸ ਤਰ੍ਹਾਂ ਜਾਨਵਰਾਂ ਦੇ ਨਾਲ ਦਿਲ ਪਰਚਾਵਾ ਕਰਕੇ ਕੱਢਦੀ ਹੈ। ਪਰ ਰਸਾਲੂ ਨੇ ਇਸ ਦਾ ਗੁੱਸਾ ਕੀਤਾ ਅਤੇ ਉਹ ਉਸ ਦਿਨ ਤੋਂ ਮਗਰੋਂ ਉਸ ਤੋਂ ਹੋਰ ਵੀ ਦੂਰ ਰਹਿਣ ਲੱਗ ਪਿਆ, ਕਿਉਂਕਿ ਉਸ ਨੂੰ ਔਰਤਾਂ ਨਾਲੋਂ ਜੰਗਾਂ ਯੁੱਧਾਂ ਨਾਲ ਵਧੇਰੇ ਪਿਆਰ ਸੀ। ਇੱਕ ਵਾਰੀ ਉਹ ਕੋਈ ਜੰਗ ਜਿੱਤ ਕੇ ਘਰ ਪਰਤਿਆ ਤਾਂ ਉਹ ਅਡੋਲ ਹੀ ਪੌੜੀਆਂ ਚੜ੍ਹ ਗਿਆ। ਉਸ ਨੂੰ ਅੰਦਰੋਂ ਕੋਕਲਾ ਦੇ ਗਾਉਣ ਦੀ ਆਵਾਜ਼ ਆਈ। ਉਸ ਦੇ ਦੁੱਖ ਭਰੇ ਭਾਵਾਂ ਦਾ ਰਸਾਲੂ ਉੱਤੇ ਕੁਝ ਅਸਰ ਹੋਇਆ ਤੇ ਉਹ ਅੱਗੇ ਨਾਲੋਂ ਵਧੇਰੇ ਕੋਕਲਾ ਦਾ ਧਿਆਨ ਰੱਖਣ ਲੱਗ ਪਿਆ। ਹੁਣ ਉਸ ਦਾ ਪੱਥਰ ਦਿਲ ਕੋਮਲ ਹੋ ਚੁੱਕਾ ਸੀ। ਹੁਣ ਉਹ ਬਦੋ-ਬਦੀ ਲੜਾਈਆਂ ਨਹੀਂ ਸੀ ਸਹੇੜਦਾ ਤੇ ਲੋਕਾਂ ਨਾਲ ਉਸ ਦੀ ਵਰਤੋਂ ਦੀ ਗੰਭੀਰ ਰਾਜਿਆਂ ਵਰਗੀ ਹੋ ਗਈ ਸੀ। ਧੀ ਦਾ ਜਨਮ। ਇੰਨੀ ਦਿਨੀ ਰਸਾਲੂ ਦੇ ਘਰ ਇੱਕ ਲੜਕੀ ਨੇ ਜਨਮ ਲਿਆ, ਜਿਸ ਦਾ ਨਾਂ ਸਰਨ ਰੱਖਿਆ ਗਿਆ, ਜੋ ਕਿ ਭਰ ਜਵਾਨ ਹੋ ਕੇ ਬੜੀ ਰੂਪਵਤੀ ਨਿਕਲੀ। ਮਹਿਤਾ ਤੇ ਸਵਿਤਰੀ। ਸਿਆਲਕੋਟ ਵਿੱਚ ਇੱਕ ਮਹਿਤਾ ਨਾਂ ਦਾ ਵਪਾਰੀ ਰਸਾਲੂ ਦਾ ਮਿੱਤਰ ਸੀ ਤੇ ਉਸ ਦੀ ਪਤਨੀ ਸਵਿਤਰੀ ਬੜੀ ਧਰਮ ਦੀ ਪੱਕੀ ਸੀ। ਇੱਕ ਵਾਰ ਰਸਾਲੂ ਨੇ ਉਸ ਦਾ ਸੱਤ ਪਰਖਣ ਲਈ ਮਹਿਤੇ ਨੂੰ ਕਿਧਰੇ ਬਾਹਰ ਭੇਜ ਦਿੱਤਾ ਤੇ ਆਪ ਰਾਤ ਨੂੰ ਭੇਸ ਵਟਾ ਕੇ ਉਸ ਦੇ ਘਰ ਪੁੱਜਾ। ਬਹੁਤ ਯਤਨ ਕਰਨ ਤੇ ਵੀ ਜਦੋਂ ਸਵਿਤਰੀ ਸੱਤੋਂ ਨਾ ਡੋਲੀ ਤਾਂ ਉਹ ਉਸ ਦੇ ਬਿਸਤਰੇ ਹੇਠ ਆਪਣੀ ਮੁੰਦਰੀ ਰੱਖ ਕੇ ਆ ਗਿਆ।
ਤੇ ਉਸਦਾ ਧਰਮ ਭਰਾ ਬਣ ਗਿਆ। ਅਗਲੇ ਦਿਨ ਮਹਿਤੇ ਨੇ ਆ ਕੇ ਜਦੋਂ ਰਸਾਲੂ ਦੀ ਮੁੰਦਰੀ ਆਪਣੀ ਪਤਨੀ ਦੇ ਬਿਸਤਰੇ ਹੇਠ ਕੱਢੀ ਤਾਂ ਉਸਨੇ ਉਸਨੂੰ ਘਰੋਂ ਕੱਢ ਦਿੱਤਾ ਤੇ ਉਹ ਜੋਗਣ ਬਣ ਕੇ ਜੰਗਲਾਂ ਵਿੱਚ ਫਿਰਦੀ ਰਹੀ। ਰਸਾਲੂ ਦੇ ਸਮਝਾਉਣ ਤੇ ਜਦੋਂ ਮਹਿਤੇ ਦਾ ਸ਼ੱਕ ਦੂਰ ਹੋਇਆ ਤਾਂ ਸਵਿਤਰੀ ਰੱਬ ਦੀ ਭਗਤੀ ਵਿੱਚ ਦ੍ਰਿੜ ਹੋ ਚੁੱਕੀ ਸੀ। ਮਹਿਤੇ ਦੇ ਮਰਨ ਤੇ ਸਵਿਤਰੀ ਨੇ ਵੀ ਪ੍ਰਾਣ ਦੇ ਦਿੱਤੇ। ਡੋਲਾ ਛੱਡਣਾ। ਇੱਕ ਵਾਰੀ ਰਸਾਲੂ ਨੇ ਇੱਕ ਸ਼ੇਰ ਮਾਰ ਕੇ ਉੱਥੇ ਦੇ ਰਾਜੇ ਤੋਂ ਇਨਾਮ ਵਜੋਂ ਉਸਦੀ ਧੀ ਦਾ ਡੋਲਾ ਪ੍ਰਾਪਤ ਕੀਤਾ, ਪਰ ਉਹ ਡੋਲਾ ਉੱਥੇ ਹੀ ਛੱਡ ਆਇਆ। ਰਸਾਲੂ ਬੜਾ ਰੰਗੀਲਾ ਸੀ, ਪਰ ਛੇਤੀ ਹੀ ਦੁਨੀਆ ਤੋਂ ਉਦਾਸ ਵੀ ਹੋ ਜਾਂਦਾ ਸੀ। ਚਰਿੱਤਰ। ਰਸਾਲੂ ਬਹਾਦਰ, ਪਰਉਪਕਾਰੀ, ਨਿਆਂਕਾਰ, ਰਾਜਨੀਤੀਵੇਤਾ, ਰੂਪਵਾਨ, ਉਦਾਸ, ਰੰਗੀਲਾ ਤੇ ਵਲਛਲ ਕਰ ਲੈਣ ਵਾਲਾ ਸੀ। ਉਸਨੇ ਲੋਕਾਂ ਦੇ ਭਲੇ ਲਈ ਬਹੁਤ ਕੰਮ ਕੀਤੇ। ਅਟਕ ਤੋਂ ਲੈ ਕੇ ਲਾਹੌਰ ਤੇ ਕਸ਼ਮੀਰ ਤੋਂ ਲੈ ਕੇ ਸਿੰਧ ਦਰਿਆ ਤੱਕ ਰਸਾਲੂ ਦੇ ਨਿਸ਼ਾਨ ਅਤੇ ਪਤੇ ਮਿਲਦੇ ਹਨ। ਉਹ ਫੁਰਤੀਲਾ ਤੇ ਛੋਲਾ ਸੀ। ਸਿਰਕੱਪ ਤੇ ਸਰਮੁਖ। ਟੈਕਸਲਾ ਦੇ ਖੋਲਿਆਂ ਵਿੱਚ ਦੋ ਪੁਰਾਣੇ ਸ਼ਹਿਰਾਂ ਦੇ ਖੋਲੇ ਹਨ, ਜਿਨ੍ਹਾਂ ਦੇ ਨਾਂ ਸਿਰਕੱਪ ਤੇ ਸਿਰਮੁਖ ਹਨ। ਕਿਹਾ ਜਾਂਦਾ ਹੈ ਕਿ ਰਸਾਲੂ ਨੇ ਇਹਨਾਂ ਨਾਵਾਂ ਦੇ ਦੋ ਰਾਜੇ, ਜਿਨ੍ਹਾਂ ਨੂੰ ਦੈਂਤ ਵੀ ਦੱਸਿਆ ਜਾਂਦਾ ਹੈ, ਮਾਰੇ ਸਨ। ਉਸਨੇ ਸਿਰਕੱਪ ਦੀ ਧੀ ਵਿਆਹੀ ਸੀ। ਡਰ ਉਸਦੇ ਨੇੜੇ ਨਹੀਂ ਸੀ ਢੁਕਦਾ। ਜਿੱਥੇ ਜਾਂਦਾ ਨਵਾਂ ਨਹੁੰ ਲਿਆਉਂਦਾ ਤੇ ਉੱਥੇ ਤੁਰਨ ਲੱਗਾ ਪੂਰੀ ਤਰ੍ਹਾਂ ਨਿਰਭਉ ਹੋ ਜਾਂਦਾ। ਉਹ ਸ਼ਾਕਾ ਲੋਕਾਂ ਦੇ ਵੱਧ ਰਹੇ ਹੜ੍ਹ ਦਾ ਟਾਕਰਾ ਕਰਦਾ ਰਿਹਾ। ਹੋਡੀ ਤੇ ਸ਼ਰਨ ਦਾ ਪਿਆਰ। ਇੱਕ ਵਾਰੀ ਰਾਜਾ ਹੋਡੀ ਸ਼ਿਕਾਰ ਖੇਡਦਾ ਉੱਧਰ ਆ ਨਿਕਲਿਆ ਤੇ ਉਹ ਸ਼ਰਨ ਨੂੰ ਦੇਖ ਕੇ ਮੋਹਿਤ ਹੋ ਗਿਆ। ਸ਼ਰਨ ਵੀ ਉਸਨੂੰ ਦੇਖ ਕੇ ਆਪਾ ਲੁਟਾ ਬੈਠੀ। ਉਸਨੇ ਕਈ ਬੁਝਾਰਤਾਂ ਤੇ ਅੜਾਉਣੀਆਂ ਨਾਲ ਪਰਖ ਕਰਕੇ ਇਹ ਜਾਣ ਲਿਆ ਕਿ ਉਹ ਇੱਕ ਇੱਜ਼ਤਦਾਰ ਰਾਜਾ ਹੈ, ਤਾਂ ਉਸਨੇ ਉਸ ਨਾਲ ਪ੍ਰੇਮ ਪਾ ਲਿਆ। ਹੋਡੀ ਨੇ ਰਸਾਲੂ ਤੋਂ ਸ਼ਰਨ ਦੇ ਡੋਲੇ ਦੀ ਮੰਗ ਕੀਤੀ, ਪਰ ਰਸਾਲੂ ਨਾ ਮੰਨਿਆ ਤੇ ਉਸਨੇ ਸ਼ਰਨ ਦੀ ਮੰਗਣੀ ਕਿਸੇ ਹੋਰ ਥਾਂ ਕਰਨੀ ਚਾਹੀ ਤਾਂ ਹੋਡੀ ਸ਼ਰਨ ਨੂੰ ਚੋਰੀ ਲੈ ਗਿਆ। ਹੋਡੀ ਤੇ ਰਸਾਲੂ ਦੀ ਲੜਾਈ। ਰਸਾਲੂ ਨੇ ਹੋਡੀ ਉੱਤੇ ਹਮਲਾ ਕਰ ਦਿੱਤਾ। ਘਮਸਾਨ ਦੀ ਲੜਾਈ ਮਗਰੋਂ ਰਸਾਲੂ ਤੇ ਹੋਡੀ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਉੱਪਰ ਵਾਰ ਕਰਨ ਲੱਗੇ। ਰਸਾਲੂ, ਜੋ ਕਦੇ ਲੜਾਈ ਤੋਂ ਥੱਕਿਆ ਨਹੀਂ ਸੀ, ਅੱਜ ਮੁੜਕੋ ਮੁੜਕੀ ਹੋ ਰਿਹਾ ਸੀ। ਅੰਤ ਰਸਾਲੂ ਦੀ ਤਲਵਾਰ ਟੁੱਟ ਗਈ ਤੇ ਉਸਨੂੰ ਹਾਰ ਮੰਨਣੀ ਪਈ। ਹੋਡੀ ਦੀ ਬਹਾਦਰੀ ਦੇਖ ਕੇ ਰਸਾਲੂ ਉਸਨੂੰ ਆਪਣੀ ਧੀ ਦਾ ਡੋਲਾ ਦੇਣ ਲਈ ਤਿਆਰ ਹੋ ਗਿਆ, ਪਰ ਉਹ ਰਾਹ ਵਿੱਚ ਹੀ ਮਰ ਗਿਆ। ਸੰਸਕਾਰ। ਹੋਡੀ ਤੇ ਸ਼ਰਨ ਨੇ ਰਸਾਲੂ ਦੀ ਦੇਹ ਨੂੰ ਲੂਣਾ ਤੇ ਕੋਕਲਾਂ ਦੇ ਕੋਲ ਲਿਆ ਕੇ ਸੰਸਕਾਰ ਕੀਤਾ। ਲੂਣਾ ਨੂੰ ਅੱਜੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਪੁੱਤਰ ਵਿਛੋੜਾ ਕੀ ਹੁੰਦਾ ਹੈ। ਹੋਡੀ ਸਾਰੇ ਰਾਜ ਦਾ ਮਾਲਕ ਬਣ ਗਿਆ। ਕੁਝ ਸਮੇਂ ਮਗਰੋਂ ਲੂਣਾ ਤੇ ਕੋਕਲਾਂ ਮਰ ਗਈਆਂ। ਹੋਡੀ ਤੇ ਸ਼ਰਨ ਦੀ ਔਲਾਦ। ਹੋਡੀ ਤੇ ਸ਼ਰਨ ਦੇ 3 ਪੁੱਤਰ ਹੋਏ, ਟਿਊ, ਘਿਊ ਤੇ ਸਿਊ। ਸਿਊ ਦੀ ਔਲਾਦ ਸਿਆਲ, ਟਿਊ ਦੀ ਔਲਾਦ ਟਿਵਾਣੇ ਤੇ ਘਿਊ ਦੀ ਘੇਬੇ ਟਿਕੀ। ਇਹ 3 ਕੌਮਾਂ ਅੱਜ ਤੱਕ ਅਟਕ, ਪਿੰਡੀ, ਘੇਬ, ਝੰਗ ਤੇ ਸਿਆਲਕੋਟ ਦੇ ਨੇੜੇ ਤੇੜੇ ਲੱਭਦੀਆਂ ਹਨ। ਨਨਕਾਣਾ ਸਾਹਿਬ। ਲੇਖਕ ਦਾ ਵਿਚਾਰ ਹੈ ਕਿ ਰਸਾਲੂ ਦਾ ਅਸਲ ਨਾਂ ਰਸਿਆਲੂ ਅਰਥਾਤ ਸਿਆਲਾਂ ਦਾ ਰਾਜਾ ਸੀ। ਉਸਨੇ ਲੋਕਾਂ ਤੋਂ ਇਹ ਵੀ ਸੁਣਿਆ ਹੈ ਕਿ ਨਨਕਾਣੇ ਸਾਹਿਬ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਪਹਿਲਾਂ ਸ਼ਰਨਪੁਰ ਸੀ, ਜਿਸ ਦੇ ਸਬੂਤ ਵੀ ਮਿਲਦੇ ਹਨ। ਪ੍ਰਸ਼ਨ ਦੂਜਾ। ਰਾਜਾ ਰਸਾਲੂ ਨਿਬੰਧ ਦਾ ਵਿਸ਼ਾ ਵਸਤੂ, ਮੂਲ ਭਾਵ ਤੇ ਜੀਵਨ ਵਿੱਚ ਇਸ ਦਾ ਮਹੱਤਵ ਦੱਸੋ। ਉੱਤਰ। ਰਾਜਾ ਰਸਾਲੂ ਨਿਬੰਧ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਹੈ। ਇਸ ਦਾ ਵਿਸ਼ਾ ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਰਾਜੇ ਰਸਾਲੂ ਦੇ ਜੀਵਨ ਦੀ ਮਿੱਥ ਅਤੇ ਇਤਿਹਾਸਿਕਤਾ ਨੂੰ ਉਜਾਗਰ ਕਰਨਾ ਹੈ। ਮਿੱਥ ਅਨੁਸਾਰ ਦਾ ਰਾਜਾ ਰਸਾਲੂ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਜਨਮਿਆ ਤੇ ਜੋਸ਼ੀਆਂ ਦੇ ਕਹਿਣ ਅਨੁਸਾਰ 12 ਸਾਲ ਭੋਰੇ ਵਿੱਚ ਗੁਜ਼ਾਰਨ ਮਗਰੋਂ ਤੀਰਅੰਦਾਜ਼ੀ ਤੇ ਤਲਵਾਰਜ਼ਣੀ ਦਾ ਮਾਹਰ ਹੋ ਕੇ ਬਾਹਰ ਆਇਆ। ਉਸ ਨੂੰ ਤੀਰ ਮਾਰ ਮਾਰ ਕੇ ਔਰਤਾਂ ਦੇ ਘੜੇ ਤੋੜਨ ਤੋਂ ਬਾਜ਼ ਨਾ ਆਉਂਦੇ ਦੇਖ ਕੇ ਉਸਦੇ ਬਾਪ ਨੇ ਉਸ ਨੂੰ 1 ਵਰ੍ਹੇ ਦੀ ਦੇਸ਼ ਨਿਕਾਲਾ ਦੇ ਦਿੱਤਾ। ਦੇਸ਼ ਨਿਕਾਲੇ ਸਮੇਂ ਉਸ ਨੇ ਜੇਹਲਮ ਉੱਤੇ ਫਤਹਿ ਪ੍ਰਾਪਤ ਕੀਤੀ ਤੇ ਸ਼ੇਰ ਦਾ ਸ਼ਿਕਾਰ ਕੀਤਾ। ਵਰ੍ਹਾ ਪੂਰਾ ਹੋਣ ਤੇ ਰਾਜੇ ਨੇ ਵਾਪਸ ਬੁਲਾਇਆ ਤੇ ਉਸ ਦਾ ਵਿਆਹ ਵਜ਼ੀਰ ਮੋਤੀ ਰਾਮ ਦੀ ਧੀ ਕੋਕਲਾਂ ਨਾਲ ਹੋ ਗਿਆ, ਪਰ ਰਸਾਲੂ ਉਸ ਨੂੰ ਇੱਕ ਮਹਿਲ ਵਿੱਚ ਤੋਤਿਆਂ ਤੇ ਮੈਣਾਂ ਦੀ ਰਖਵਾਲੀ ਵਿੱਚ ਛੱਡ ਕੇ ਮਾਰਾ ਮਾਰਨ ਤੇ ਚੜ੍ਹਿਆ ਰਹਿੰਦਾ ਤੇ ਉਸ ਦੌਰਾਨ ਉਸ ਨੇ ਇੱਕ ਅਮੀਰ ਸ਼ਿਕਾਰੀ ਤੇ ਚੀਰਪੜ ਦੀਆਂ ਪਹਾੜੀਆਂ ਵਿੱਚ ਇੱਕ ਡੈਣ ਨੂੰ ਮਾਰਿਆ। ਸਲਵਾਨ ਦੀ ਮੌਤ ਮਗਰੋਂ ਉਸ ਦੀ ਗੱਦੀ ਸੰਭਾਲ ਕੇ ਉਹ ਹਮੇਸ਼ਾ ਜੰਗਾਂ ਯੁੱਧਾਂ ਵਿੱਚ ਰੁੱਝਾ ਰਿਹਾ।
ਉਸ ਦੇ ਵਿਛੋੜੇ ਵਿੱਚ ਵੱਖਰੇ ਵੱਖਰੇ ਮਹਿਲਾਂ ਵਿੱਚ ਰਹਿ ਰਹੀਆਂ ਲੂਣਾ ਅਤੇ ਕੋਕਲਾਂ ਤੜਫਦੀਆਂ। ਕੋਕਲਾ ਜਾਨਵਰਾਂ ਨਾਲ ਪਿਆਰ ਪਾ ਕੇ ਦਿਲ ਲਾਉਂਦੀ। ਇੱਕ ਵਾਰੀ ਉਹ ਕੋਕਲਾ ਦੁਆਰਾ ਹਿਰਨ ਦੇ ਗਲ ਵਿੱਚ ਆਪਣਾ ਹਾਰ ਪਾਉਣ ਉੱਤੇ ਨਾਰਾਜ਼ ਹੋ ਗਿਆ ਅਤੇ ਉਸ ਤੋਂ ਹੋਰ ਦੂਰ ਰਹਿਣ ਲੱਗਾ। ਉਸ ਨੂੰ ਔਰਤਾਂ ਨਾਲੋਂ ਜੰਗਾਂ ਯੁੱਧਾਂ ਨਾਲ ਵਧੇਰੇ ਪਿਆਰ ਸੀ। ਇੱਕ ਵਾਰੀ ਜਦੋਂ ਉਹ ਜੰਗ ਜਿੱਤ ਕੇ ਘਰ ਪਰਤੇ ਮਹਿਲ ਦੀਆਂ ਪੌੜੀਆਂ ਚੜ੍ਹਦਿਆਂ ਕੋਕਲਾਂ ਦੁਆਰਾ ਗਾਏ ਜਾ ਰਹੇ ਦਰਦ ਭਰੇ ਗੀਤ ਨੂੰ ਸੁਣ ਕੇ ਉਸ ਦਾ ਮਨ ਪਿਘਲ ਗਿਆ ਅਤੇ ਉਹ ਅੱਗੋਂ ਕੋਮਲ ਦਿਲ ਬਣ ਗਿਆ। ਉਹ ਕੋਕਲਾਂ 'ਤੇ ਆਪਣੀ ਮਾਂ ਦਾ ਵਧੇਰੇ ਧਿਆਨ ਰੱਖਣ ਲੱਗਾ ਅਤੇ ਲੋਕਾਂ ਪ੍ਰਤੀ ਗੰਭੀਰ ਹੋ ਗਿਆ। ਉਸ ਦੇ ਘਰ ਸਰਨ ਨਾਂ ਦੀ ਧੀ ਨੇ ਜਨਮ ਲਿਆ, ਜੋ ਵੱਡੀ ਹੋ ਕੇ ਰੂਪਵਤੀ ਨਿਕਲੀ। ਇੱਕ ਵਾਰੀ ਉਸ ਨੇ ਸਤਵੰਤੀ ਸਵਿਤਰੀ ਦਾ ਭੇਸ ਵਟਾ ਕੇ ਪਰਖ ਕੀਤੀ ਅਤੇ ਉਸ ਨੂੰ ਧਰਮ ਤੋਂ ਨਾ ਡੋਲਦੀ ਦੇਖ ਕੇ ਉਸ ਦਾ ਧਰਮ ਭਰਾ ਬਣ ਗਿਆ। ਇੱਕ ਵਾਰੀ ਉਸ ਨੇ ਸ਼ੇਰ ਮਾਰ ਕੇ ਇਨਾਮ ਵਜੋਂ ਰਾਜੇ ਦੀ ਧੀ ਦਾ ਡੋਲਾ ਪ੍ਰਾਪਤ ਕੀਤਾ, ਪਰ ਉਹ ਡੋਲਾ ਉੱਥੇ ਹੀ ਛੱਡ ਆਇਆ। ਰਸਾਲੂ ਬਹਾਦਰ, ਪਰਉਪਕਾਰੀ, ਨਿਆਂਕਾਰ, ਰੂਪਵਾਨ, ਉਦਾਰ, ਰੰਗੀਲਾ ਅਤੇ ਵਲਛਲ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸ ਨੇ ਸਿਰਕੱਪ ਅਤੇ ਸਿਰਮੁੱਖ ਦੈਂਤ ਮਾਰੇ ਅਤੇ ਸਿਰਕੱਪ ਦੀ ਧੀ ਵਿਆਹੀ। ਉਹ ਜਿੱਥੇ ਵੀ ਜਾਂਦਾ ਨਵਾਂ ਨੌਂ ਲਿਆਉਂਦਾ, ਪਰ ਉੱਥੇ ਤੁਰਨ ਸਮੇਂ ਨਿਰਮੋਹ ਹੋ ਜਾਂਦਾ। ਇੱਕ ਵਾਰ ਰਾਜੇ ਹੋਡੀ ਦਾ ਉਸ ਦੀ ਧੀ ਸਰਨ ਨਾਲ ਪਿਆਰ ਪੈ ਗਿਆ। ਰਸਾਲੂ ਨੂੰ ਇਹ ਗੱਲ ਪਸੰਦ ਨਹੀਂ ਸੀ। ਉਸ ਨੇ ਸਰਨ ਦੀ ਕਿੱਧਰੇ ਹੋਰ ਮੰਗਣੀ ਕਰਨੀ ਚਾਹੀ, ਪਰ ਹੋਡੀ ਸਰਨ ਨੂੰ ਲੈ ਕੇ ਨਿਕਲ ਗਿਆ। ਰਸਾਲੂ ਨੇ ਉਸ ਨਾਲ ਯੁੱਧ ਕੀਤਾ, ਪਰ ਕਦੇ ਵੀ ਨਾ ਹਾਰਨ ਵਾਲਾ ਰਸਾਲੂ ਇੱਥੇ ਹਾਰ ਗਿਆ। ਉਸ ਨੇ ਹੋਡੀ ਨੂੰ ਆਪਣੀ ਧੀ ਦਾ ਡੋਲਾ ਦੇ ਦਿੱਤਾ, ਪਰ ਵਾਪਸੀ ਸਮੇਂ ਮਰ ਗਿਆ। ਉਸ ਦਾ ਸੰਸਕਾਰ ਹੋਡੀ ਤੇ ਸਰਨ ਨੇ ਲੂਣਾ ਅਤੇ ਕੋਕਲਾ ਦੇ ਕੋਲ ਲਿਆ ਕੇ ਕੀਤਾ। ਹੁਣ ਹੋਡੀ ਰਾਜ ਦਾ ਮਾਲਕ ਬਣ ਗਿਆ। ਕੁਝ ਚਿਰ ਮਗਰੋਂ ਲੂਣਾ ਅਤੇ ਇਛਰਾ ਵੀ ਮਰ ਗਈਆਂ। ਹੋਡੀ ਤੇ ਸ਼ਰਨ ਦੇ 3 ਪੁੱਤਰ ਟਿਉ, ਘਿਉ ਅਤੇ ਸਿਉ ਹਨ, ਜਿਨ੍ਹਾਂ ਦੀਆਂ ਔਲਾਦਾਂ ਪੰਜਾਬ ਵਿੱਚ ਵੱਸਦੀਆਂ ਹਨ। ਇਸ ਤਰ੍ਹਾਂ ਲੇਖਕ ਇਸ ਕਹਾਣੀ ਦੇ ਮਿਥਿਹਾਸਿਕ ਪੱਖ ਨੂੰ ਪੇਸ਼ ਕਰਦਾ ਹੋਇਆ ਕੁਝ ਹਵਾਲਿਆਂ ਨਾਲ ਇਸ ਨੂੰ ਇਤਿਹਾਸਿਕ ਵੀ ਸਿੱਧ ਕਰਦਾ ਹੈ। ਉਹ ਦੱਸਦਾ ਹੈ ਕਿ ਟੈਕਸਲਾ ਦੇ ਖੋਲਿਆਂ ਵਿੱਚ 2 ਪੁਰਾਣੇ ਸ਼ਹਿਰ ਦੇ ਖੋਲੇ ਹਨ। ਉਹਨਾਂ ਦੇ ਨਾਂ ਉਹਨਾਂ ਦੇ ਰਾਜਿਆਂ ਦੇ ਨਾਂ ਉੱਤੇ ਸਿਰਪੱਕ ਅਤੇ ਸਿਰਮੁੱਖ ਰੱਖੇ ਹਨ, ਜਿਨ੍ਹਾਂ ਨੂੰ ਰਸਾਲੂ ਨੇ ਮਾਰਿਆ ਦੱਸਿਆ ਜਾਂਦਾ ਹੈ। ਉਹ ਦੱਸਦਾ ਹੈ ਕਿ ਅਟਕ ਤੋਂ ਲਾਹੌਰ ਤੱਕ ਅਤੇ ਕਸ਼ਮੀਰ ਤੋਂ ਸਿੰਧ ਤੱਕ ਰਸਾਲੂ ਦੇ ਪਤੇ ਮਿਲਦੇ ਹਨ। ਉਸ ਦਾ ਵਿਚਾਰ ਹੈ ਕਿ ਹੋਡੀ ਤੇ ਸਰਨ ਦੇ 3 ਪੁੱਤਰ ਟਿਉ, ਘਿਉ ਅਤੇ ਸਿਉ ਦੀ ਔਲਾਦ ਇਹਨਾਂ ਨਾਵਾਂ ਥੱਲੇ ਪੰਜਾਬ ਵਿੱਚ ਵੱਸਦੀ ਹੈ। ਸਿਉ ਦੀ ਔਲਾਦ ਸਿਆਲ ਅਤੇ ਟਿਉ ਦੀ ਔਲਾਦ ਟਿਵਾਣੇ ਅਤੇ ਘਿਉ ਦੀ ਔਲਾਦ ਘੇਬੇ ਹਨ। ਗੜ੍ਹ ਮਹਾਰਾਜ ਤੋਂ ਲੈ ਕੇ ਝੰਗ ਦੇ ਆਲੇ ਦੁਆਲੇ ਰਾਵੀ ਦੇ ਝਣਾਂ ਦੇ ਕੰਢੇ ਸਿਆਲ ਵੱਸਦੇ ਹਨ। ਉੱਤਰ ਪੱਛਮ ਵੱਲ ਟਿਵਾਣੇ ਹਨ। ਅੱਗੇ ਤਲਾਂ ਗੰਗ ਤੱਕ ਘੇਬੇ ਅਤੇ ਫਿਰ ਸਿਆਲ ਹਨ। ਲੇਖਕ ਲੋਕਾਂ ਵਿੱਚ ਪ੍ਰਚਲਿਤ ਇਸ ਮਾਨਤਾ ਨਾਲ ਵੀ ਸਹਿਮਤ ਹੈ ਕਿ ਨਨਕਾਣੇ ਸਾਹਿਬ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਪਹਿਲਾਂ ਸ਼ਰਨਪੁਰ ਸੀ। ਰਾਏ ਬੁਲਾਰ ਦੇ ਥੇ ਕੋਲੋਂ ਪ੍ਰਾਪਤ ਬਹੁਤੇ ਪੁਰਾਣੇ ਤਲਾਵਾਂ ਨੂੰ ਲੱਗੀਆਂ ਇੱਟਾਂ ਰਸਾਲੂ ਦੇ ਟੁੱਟੇ ਧੌਲਰਾਂ ਦੀਆਂ ਇੱਟਾਂ ਦਾ ਹੀ ਨਮੂਨਾ ਹਨ। ਅਟਕ ਦੇ ਕਿਲ੍ਹੇ ਵਿੱਚ ਅਜੇ ਤੱਕ ਰਾਜੇ ਹੋਡੀ ਦਾ ਕਿਲ੍ਹਾ ਹੈ। ਉਪਰੋਕਤ ਸਾਰੀ ਚਰਚਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਨੇ ਆਪਣੇ ਇਸ ਨਿਬੰਧ ਵਿੱਚ ਰਾਜੇ ਰਸਾਲੂ ਦੀ ਪ੍ਰਸਿੱਧ ਲੋਕ ਕਥਾ ਅਤੇ ਮਿਥਿਹਾਸਿਕ ਪੱਖ ਦੇ ਨਾਲ ਉਸ ਦੀ ਇਤਿਹਾਸਿਕ ਪੱਖਾਂ ਨੂੰ ਉਘਾੜਨ ਦਾ ਯਤਨ ਕੀਤਾ ਹੈ। ਲੇਖਕ ਦਾ ਇਹ ਯਤਨ ਉਸਾਰੂ ਅਤੇ ਮੌਲਿਕ ਹੈ। ਇਸ ਨਿਬੰਧ ਦਾ ਮੂਲ ਭਾਵ ਇਹੋ ਹੈ ਕਿ ਭਾਵੇਂ ਰਾਜੇ ਰਸਾਲੂ ਦਾ ਜੀਵਨ ਇਤਿਹਾਸਿਕ ਅਤੇ ਮਿਥਿਹਾਸਿਕ ਘਟਨਾਵਾਂ ਨਾਲ ਭਰਪੂਰ ਹੈ, ਪਰੰਤੂ ਇਸ ਦੇ ਬਾਵਜੂਦ ਉਸ ਦਾ ਪੰਜਾਬੀ ਜੀਵਨ ਉੱਤੇ ਪ੍ਰਭਾਵ ਹੈ। ਇਸ ਦੀ ਕਥਾ ਰਸਦਾਇਕ ਅਤੇ ਦਿਲਚਸਪ ਹੈ।